Hello students, I am your teacher Dr. Satwinder Kaur. In today's lecture, I will teach you the theory of dependency that is given by Samir Amin. ਸਮੀਰ ਅਮੀਨ ਇੱਕ ਬਹੁਤ ਰਿਨੋਡ ਇਕੋਨਮਿਸਟ ਨੇ ਜਿਨ੍ਹਾਂ ਦੀ ਪੋਲੀਟੀਕਲ ਇਕੋਨਮੀ ਦੇ ਉੱਤੇ ਤੇ ਡਿਵੈਲਪਮੈਂਟ ਦੀਆਂ ਥਿਊਰੀਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਫੇਮਸ ਨੇ। ਖਾਸ ਕਰਕੇ ਇਹਨਾਂ ਦਾ ਕੰਮ ਜਿਹੜਾ ਹੈ ਉਹ ਪੋਲੀਟੀਕਲ ਇਕੋਨਮੀ ਤੇ ਹੈ। ਇਹ ਤੁਸੀਂ ਅਗਲੇ ਸਾਲ ਸੈਕੰਡ ਈਅਰ ਦੇ ਵਿੱਚ ਪੜ੍ਹੋਗੇ ਕਿ ਪੋਲੀਟੀਕਲ ਇਕੋਨਮੀ ਬਹੁਤ ਵੱਡਾ ਇੱਕ ਰੂਟ ਹੈ ਟੂ ਅੰਡਰਸਟੈਂਡ ਦਾ ਇਕਨੋਮਿਕ ਸਟਰਕਚਰ ਆਫ ਦ ਵਰਲਡ। ਸੋ ਸਮੀਰ ਅਮੀਨ ਦੀ ਸਪੈਸ਼ਲਾਈਜੇਸ਼ਨ ਹੈ ਇਸ 'ਤੇ। ਸਮੀਰ ਅਮੀਨ ਨੇ ਜਿਹੜਾ ਹੈ ਫਰਾਂਸ ਦੇ ਵਿੱਚ ਸਟੱਡੀ ਕੀਤੀ ਸੀ ਅਤੇ ਬੜੀਆਂ ਸਾਰੀਆਂ ਬੁੱਕਸ ਜਿਹੜੀਆਂ ਨੇ ਇਹਨਾਂ ਦੀਆਂ ਪਬਲਿਸ਼ ਹੋਈਆਂ ਨੇ ਜਿਹੜੀਆਂ ਕਿ ਐਫਰੀਕਨ ਇਕੋਨਮੀਜ਼ ਦੇ ਬੇਸ 'ਤੇ ਨੇ, ਉਹਨਾਂ ਦੇ ਸਟਰਕਚਰ ਨੂੰ, ਉਹਨਾਂ ਦੀ ਐਕਸਪਲੋਟੇਸ਼ਨ ਨੂੰ ਐਕਸਪਲੇਨ ਕਰਦੀਆਂ ਨੇ। ਅਤੇ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਅੰਡਰ ਡਿਵੈਲਪਮੈਂਟ ਐਂਡ ਡਿਪੈਂਡੈਂਸੀ, ਜਿਹੜਾ ਕਿ 1972 ਵਿੱਚ ਮਾਡਰਨ ਐਫਰੀਕਨ ਸਟੱਡੀਜ਼ ਦੇ ਵਿੱਚ ਪਬਲਿਸ਼ ਹੋਇਆ ਸੀ। ਬੜਾ ਫੇਮਸ ਵਰਕ ਸੀ ਇਹਨਾਂ ਦਾ। ਫਿਰ ਇਸ ਤੋਂ ਬਾਅਦ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ ਅਕੋਮੂਲੇਸ਼ਨ ਔਨ ਵਰਲਡ ਸਕੇਲ 1975 ਦੇ ਵਿੱਚ, ਅਤੇ ਇਹ ਬੁੱਕ ਬਹੁਤ ਫੇਮਸ ਹੋਈ ਸੀ। ਬੇਸਿਕਲੀ ਸਮੀਰ ਅਮੀਨ ਐਕਸਪਲੇਨ ਕਰਦੇ ਨੇ ਕਿ ਕਿਸ ਤਰੀਕੇ ਨਾਲ ਲੈਸ ਡਿਵੈਲਪ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੀ ਐਕਸਪਲੋਇਟ ਕੀਤੀ ਜਾਂਦੀ ਹੈ, ਐਕਸਪਲੋਟੇਸ਼ਨ ਕੀਤੀ ਜਾਂਦੀ ਹੈ ਬਾਏ ਦ ਡਿਵੈਲਪ ਵਰਲਡ। ਸੋ ਮੇਨ ਕਰਕਸ ਜਿਹੜਾ ਹੈ ਸਾਰੀਆਂ ਡਿਪੈਂਡੈਂਸੀ ਥਿਊਰੀ ਦਾ ਐਕਸਪਲੋਟੇਸ਼ਨ ਹੀ ਹੈ, ਪਰ ਮੈਥਡਸ ਅਲੱਗ-ਅਲੱਗ ਤਰੀਕੇ ਨਾਲ ਐਕਸਪਲੇਨ ਕੀਤੇ ਗਏ ਨੇ ਕਿ ਕੋਈ ਸੈਂਟਰ ਪੈਰੀਫਰੀ ਦੇ ਰਿਲੇਸ਼ਨਸ਼ਿਪ ਨੂੰ ਐਕਸਪਲੇਨ ਕਰ ਰਿਹਾ, ਕੋਈ ਮੈਟਰੋਪੋਲਿਸ ਤੇ ਸੈਟੇਲਾਈਟ ਦੇ ਰਿਲੇਸ਼ਨਸ਼ਿਪ ਨੂੰ ਐਕਸਪਲੇਨ ਕਰ ਰਿਹਾ, ਕੋਈ ਐਡਵਾਂਸਡ ਕੰਟਰੀਜ਼ ਤੇ ਬੈਕਵਰਡ ਕੰਟਰੀਜ਼ ਦੇ ਟਰਮਸ ਨੂੰ ਯੂਜ਼ ਕਰ ਰਿਹਾ। ਸੋ ਸਮੀਰ ਅਮੀਨ ਜਿਹੜੇ ਨੇ ਉਹ ਟਰਮ ਯੂਜ਼ ਕਰਦੇ ਨੇ ਸੈਂਟਰ ਤੇ ਪੈਰੀਫਰੀ। ਸੈਂਟਰ ਵਰਡ ਯੂਜ਼ ਕੀਤਾ ਹੈ ਡਿਵੈਲਪ ਕੰਟਰੀਜ਼ ਦੇ ਲਈ, ਤੇ ਪੈਰੀਫਰੀ ਵਰਡ ਯੂਜ਼ ਕੀਤਾ ਗਿਆ ਹੈ ਅੰਡਰ ਡਿਵੈਲਪ ਕੰਟਰੀਜ਼ ਦੇ ਲਈ। ਉਹ ਕਹਿੰਦੇ ਨੇ ਕਿ ਦੋਨੋਂ ਹੀ ਜਿਹੜੀਆਂ ਕੰਟਰੀਜ਼ ਨੇ ਉਹ ਇੱਕ ਦੂਜੇ ਤੋਂ ਇਨਕੰਪਲੀਟ ਨੇ, ਇੱਕ ਦੂਜੇ ਤੋਂ ਬਿਨਾਂ ਇਨਕੰਪਲੀਟ ਨੇ। ਇੰਟੈਗਰਲ ਪਾਰਟ ਹੈ ਕੈਪੀਟਲਿਸਟ ਸਿਸਟਮ ਦਾ ਲੈਸ ਡਿਵੈਲਪ ਕੰਟਰੀਜ਼, ਕਿਉਂਕਿ ਉਹ ਉਹਨਾਂ ਨੂੰ ਬਹੁਤ ਸੋਰਸਿਸ ਦਿੰਦਾ ਡਿਵੈਲਪਮੈਂਟ ਦੇ। ਇਸੇ ਤਰੀਕੇ ਨਾਲ ਜਿਹੜੀਆਂ ਲੈਸ ਡਿਵੈਲਪ ਕੰਟਰੀਜ਼ ਨੇ ਉਹਨਾਂ ਦੇ ਲਈ ਉਹਨਾਂ ਦੀ ਡਿਪੈਂਡੈਂਸੀ ਔਨ ਸੈਂਟਰ ਔਨ ਦ ਡਿਵੈਲਪ ਕੰਟਰੀਜ਼ ਉਹ ਵੀ ਉਹਨਾਂ ਨੂੰ ਦੇ ਲਈ ਇੰਟੈਗਰਲ ਪਾਰਟ ਹੈ, ਕਿਉਂਕਿ ਉਹਨਾਂ ਦੇ ਬਦੌਲਤ ਹੀ ਉਹਨਾਂ ਦੇ ਦੇਸ਼ ਦੇ ਵਿੱਚ ਡਿਵੈਲਪਮੈਂਟ ਪੋਸੀਬਲ ਹੁੰਦੀ ਹੈ। ਸੋ ਕੁਝ ਕਰੈਕਟਰਸ ਜਿਹੜੇ ਨੇ, ਕਰੈਕਟਰਿਸਟਿਕਸ ਜਿਹੜੇ ਨੇ ਉਹਨਾਂ ਨੇ ਐਕਸਪਲੇਨ ਕੀਤੇ ਨੇ। ਪਹਿਲਾ ਹੈ ਅਨਇਕੁਅਲ ਸਪੈਸ਼ਲਾਈਜੇਸ਼ਨ। ਕਿਸੇ ਵੀ ਕੰਟਰੀ ਦੀ ਜਿਹੜੀ ਹੈ ਟ੍ਰੇਡ, ਖਾਸ ਕਰਕੇ ਟ੍ਰੇਡ ਦੇ ਵਿੱਚ ਜਿਹੜੇ ਗੇਨਸ ਹੁੰਦੇ ਨੇ ਉਹ ਸਪੈਸ਼ਲਾਈਜੇਸ਼ਨ ਦੇ ਕਾਰਨ ਹੁੰਦੇ ਨੇ। ਇਕੋਨਮਿਸਟ ਇਸ ਗੱਲ ਨੂੰ ਕਹਿੰਦੇ ਨੇ ਕਿ ਹਰ ਕੰਟਰੀ ਜਿਹੜੀ ਕਿਸੇ ਪ੍ਰੋਡਕਟ ਦੇ ਉੱਤੇ, ਕਿਸੇ ਲਾਈਨ ਦੇ ਉੱਤੇ ਸਪੈਸ਼ਲਾਈਜੇਸ਼ਨ ਰੱਖਦੀ ਹੈ, ਉਹ ਸਪੈਸ਼ਲਾਈਜੇਸ਼ਨ ਇੱਕ ਟ੍ਰੇਡ ਦਾ ਗੇਨ ਦੇਣ ਵਾਲਾ ਦੈਟ ਇਜ਼ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਐਕਸਚੇਂਜ, ਇੰਟਰਨੈਸ਼ਨਲ ਐਕਸਚੇਂਜ ਦੇ ਲਈ ਬਹੁਤ ਬੈਨੀਫਿਸ਼ੀਅਲ ਹੁੰਦਾ। ਸੋ ਇੱਥੇ ਪ੍ਰੋਬਲਮ ਹੈ ਕਿ ਅਨਇਕੁਅਲ ਸਪੈਸ਼ਲਾਈਜੇਸ਼ਨ ਹੁੰਦੀ ਹੈ ਬਿਟਵੀਨ ਡਿਵੈਲਪ ਐਂਡ ਡਿਵੈਲਪਿੰਗ ਜਾਂ ਲੈਸ ਡਿਵੈਲਪ ਕੰਟਰੀਜ਼ ਦੇ ਲਈ। ਲੈਸ ਡਿਵੈਲਪ ਕੰਟਰੀਜ਼ ਜਿਹੜੀਆਂ ਨੇ ਉਹ ਡਿਵੈਲਪਡ ਨਹੀਂ ਹੁੰਦੀਆਂ ਕਿਉਂਕਿ ਉਹਨਾਂ 'ਚ ਸਪੈਸ਼ਲਾਈਜੇਸ਼ਨ ਦੀ ਕਮੀ ਪਾਈ ਜਾਂਦੀ ਹੈ। ਉਹਨਾਂ ਦੇ ਵਿੱਚ ਵੈਰਾਈਟੀ ਦੀ ਕਮੀ ਪਾਈ ਜਾਂਦੀ ਹੈ। ਉਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕੌਨਜ਼ਰਵੇਟਿਵ ਸੋਚ ਦੇ ਅਨਐਜੂਕੇਟਿਡ ਲੋਕ ਹੁੰਦੇ ਨੇ, ਜਿਨ੍ਹਾਂ ਦਾ ਪ੍ਰੋਫਿਟ ਅਰਨ ਕਰਨ ਦੇ ਵਿੱਚ ਜ਼ਿਆਦਾ ਵਿਜ਼ਨ ਕਲੀਅਰ ਨਹੀਂ ਹੁੰਦਾ, ਰਿਸਕ ਲੈਣ ਦੀ ਇਹਨਾਂ ਦੇ ਵਿੱਚ ਕੈਪੇਬਿਲਿਟੀ ਨਹੀਂ ਹੁੰਦੀ। ਜਿਹੜੇ ਇਹ ਲੋਕ ਨੇ ਜ਼ਿਆਦਾਤਰ ਇਹ ਵਿਸ਼ਿਅਸ ਸਰਕਲ ਆਫ ਪਾਵਰਟੀ ਦੇ ਵਿੱਚ ਜਾਂ ਅੰਧ ਵਿਸ਼ਵਾਸ, ਜਿਹਨੂੰ ਆਪਾਂ ਕਹਿੰਦੇ ਹਾਂ ਡੋਗਮੈਟਿਕ ਜਾਂ ਡੋਗਮੈਟਿਜ਼ਮ, ਕਿ ਰੂੜੀਵਾਦੀ ਸੋਚ, ਕਿ ਅੰਧ ਵਿਸ਼ਵਾਸ ਜਿਹੜੀ ਹੈ ਜਿਵੇਂ ਇਹੋ ਜਿਹੀਆਂ ਪ੍ਰਥਾਵਾਂ ਦੇ ਵਿੱਚ, ਜਿਵੇਂ ਕਿ ਦੇਖਦੇ ਹਾਂ ਆਪਾਂ ਆਪਣੇ ਦੇਸ਼ ਦੇ ਵਿੱਚ ਹੀ ਦੇਖ ਲਓ, ਸਤੀ ਪ੍ਰਥਾ ਬਹੁਤ ਫੇਮਸ ਸੀ। ਫਿਰ ਉਸ ਤੋਂ ਬਾਅਦ ਬਲੀ ਦੇਣੀ, ਬਹੁਤ ਕਈ ਮੂਵੀਜ਼ ਵੀ ਬਣੀਆਂ ਨੇ। ਚਾਈਲਡ ਮੈਰਿਜ ਹਜੇ ਤੱਕ ਇਹ ਫੇਮਸ ਹੈ। ਮਾਂਗਲਿਕ ਦੋਸ਼, ਇਹਨਾਂ ਚੀਜ਼ਾਂ ਨੂੰ ਬਹੁਤ ਮੰਨਿਆ ਜਾਂਦਾ ਹੈ। ਹਜੇ ਵੀ ਅਸੀਂ ਦੇਖਦੇ ਹਾਂ ਕਿ ਕਈ ਸ਼ੋਜ਼ ਸਪੈਸੀਫਿਕਲੀ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਮਰਡਰ ਦਾ ਕਾਰਨ ਜਿਹੜਾ ਹੈ ਕਿਸੇ ਬਾਬੇ ਵਗੈਰਾ ਦੇ ਵੱਲੋਂ ਕਹੇ ਜਾਣ ਕਾਰਨ ਕਿ ਵੀ ਹਾਂ ਤੇਰੀ ਲਾਈਫ ਕੰਡੀਸ਼ਨ ਚੇਂਜ ਹੋ ਜਾਏਗੀ ਜੇ ਤੁਸੀਂ ਕਿਸੇ ਬੱਚੇ ਦੀ ਬਲੀ ਦਿੰਦੇ ਹੋ ਜਾਂ ਕੁਝ ਕਰਕੇ, ਹੈ ਨਾ। ਸੋ ਵਿਸ਼ਿਅਸ ਸਰਕਲ ਆਫ ਪਾਵਰਟੀ ਤੇ ਜਿਹੜਾ ਹੈ
ਆਰਥੋਡਾਕਸ ਜਿਹੜੀ ਸੋਚ ਹੈ ਲੋਕਾਂ ਦੀ ਇਹਦਾ ਕਾਰਨ ਹੁੰਦੀ ਹੈ। ਇਹਨਾਂ ਦੇ ਵਿਜ਼ਨ ਬਹੁਤੇ ਕਲੀਅਰ ਨਹੀਂ ਹੁੰਦੇ ਤੇ ਡਿਵੈਲਪ ਕੰਟਰੀਜ਼ ਜਿਹੜੀਆਂ ਨੇ ਉਹ ਐਡਵਾਂਸਡ ਨੇ, ਇਹਨਾਂ ਕੰਟਰੀਜ਼ ਤੋਂ 100-200 ਸਾਲ ਅੱਗੇ ਹੁੰਦੀਆਂ ਨੇ। ਫਿਰ ਇੱਕ ਥਾਟ ਜਿਹੜਾ ਹੈ ਪਿਛਲੀਆਂ ਥਿਊਰੀਜ਼ ਦੇ ਵਿੱਚ ਵੀ ਤੁਸੀਂ ਐਕਸਪਲੇਨ ਕਰਦੇ ਹੋ, ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਹ ਇੱਕ ਹਿਸਟੋਰੀਕਲ ਇੰਟਰਨੈਸ਼ਨਲ ਪ੍ਰੋਸੈਸ ਹੈ ਕਿ ਜਿਹੜਾ ਪ੍ਰੈਜ਼ੈਂਟ ਇਕਨੋਮਿਕ ਸੋਸ਼ਲ ਜਾਂ ਪੋਲੀਟੀਕਲ ਕੰਡੀਸ਼ਨ ਹੈ ਪੈਰੀਫਰੀ ਵਿੱਚ, ਪੈਰੀਫਰੀ ਮਤਲਬ ਲੈਸ ਡਿਵੈਲਪ ਕੰਟਰੀਜ਼ ਦੇ ਵਿੱਚ, ਉਹ ਇੱਕ ਲੌਂਗ ਟਰਮ ਜਿਹੜਾ ਹੈ ਟ੍ਰੈਂਡ ਦਾ ਰਿਜ਼ਲਟ ਹੈ ਜਿਹੜਾ ਕਿ ਉਹਨਾਂ ਦਾ ਕੈਪੀਟਲਿਸਟ ਰਿਲੇਸ਼ਨਸ਼ਿਪਸ ਦੇ ਨਾਲ ਬਣਿਆ ਹੋਇਆ। ਇੱਕ ਟਾਈਮ ਇਹੋ ਜਿਹਾ ਆ ਜਾਂਦਾ ਹੈ ਕਿ ਟ੍ਰੇਡ ਇਸ ਲੈਵਲ ਦੇ ਉੱਤੇ ਕੀਤਾ ਜਾਂਦਾ ਹੈ, ਇਸ ਲੈਵਲ ਦੇ ਉੱਤੇ ਇਨਫਲੂਐਂਸ ਕਰ ਦਿੰਦਾ ਹੈ, ਡੋਮੀਨੇਟ ਕਰ ਦਿੰਦਾ ਹੈ ਪੈਰੀਫਰੀ ਉੱਪਰ ਸੈਂਟਰ ਨੂੰ, ਕਿ ਉਹਨਾਂ ਦੇ ਸਿਸਟਮ ਦੇ ਇਕਨੋਮਿਕ, ਸੋਸ਼ਲ ਤੇ ਪੋਲੀਟੀਕਲ ਆਸਪੈਕਟਸ ਦੇ ਵਿੱਚ ਸੈਂਟਰ ਦੀ ਇਨਵੋਲਵਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹੋ ਜਿਹੀ ਸਟੇਟ ਆ ਜਾਂਦੀ ਹੈ ਕਿ ਜਿਹੜੇ ਡਿਸੀਜ਼ਨਸ ਵੀ ਨੇ ਪੈਰੀਫਰੀ ਦੇ, ਉਹਨਾਂ ਦੇ ਉੱਤੇ ਕੈਪੀਟਲਿਸਟ ਵਰਡ ਦਾ ਇਨਫਲੂਐਂਸ ਹੁੰਦਾ। ਇਹਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਕਰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਆਪਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਸਾਰਿਆਂ ਦੇ ਮੈਂਬਰ ਹਾਂ। ਪਹਿਲੇ ਇੰਡੀਆ ਵੀ ਇਸੀ ਕੈਟੇਗਰੀ 'ਚ ਆਉਂਦਾ ਹੁੰਦਾ ਸੀ, ਹੁਣ ਇੰਡੀਆ ਦਾ ਟੈਗ ਬਦਲ ਗਿਆ, ਡਿਵੈਲਪਿੰਗ ਕੰਟਰੀ ਨਾਮ ਆਪਾਂ ਯੂਜ਼ ਕਰਨ ਲੱਗ ਗਏ। ਪਹਿਲੇ ਇਹ ਸੀਗਾ ਲੈਸ ਡਿਵੈਲਪ ਕੰਟਰੀਜ਼। ਸੋ ਕੀ ਪ੍ਰੋਬਲਮ ਸੀਗੀ ਕਿ ਇੰਡੀਆ ਵੀ ਜਿਹੜਾ ਹੈ ਇਹਨਾਂ ਆਰਗੇਨਾਈਜੇਸ਼ਨਸ ਦਾ ਪਾਰਟ ਤਾਂ ਬਣਿਆ, ਬਟ ਜਦੋਂ ਵੀ ਇੰਡੀਆ ਨੂੰ ਹੈਲਪ ਦੀ ਜ਼ਰੂਰਤ ਸੀ, ਚਾਹੇ ਉਹ IMF ਤੋਂ ਲੋਨ ਦੀ ਜ਼ਰੂਰਤ ਹੋਏ, ਚਾਹੇ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ ਪੈਸੇ ਦੀ ਲੋੜ ਹੋਵੇ, ਜਦੋਂ ਵੀ ਇੰਡੀਆ 'ਚ ਕ੍ਰਾਈਸਿਸ ਆਇਆ, ਤਾਂ ਇਤਿਹਾਸ ਗਵਾਹ ਹੈ ਕਿ ਇਹਨਾਂ ਨੂੰ ਰਿਚ ਮੈਨ ਕਲੱਬ ਕਹਿੰਦੇ ਆ ਆਪਾਂ, ਕਿ ਇਹਨਾਂ ਜਿਹੜੀਆਂ ਅਮੀਰ ਕੰਟਰੀਜ਼ ਨੇ, ਇਹਨਾਂ ਨੇ ਜਿਹੜੀਆਂ ਪਾਲਿਸੀਜ਼ ਬਣਾਈਆਂ ਨੇ, ਜੇ ਕਿਸੇ ਤਰੀਕੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈ ਲੈਸ ਡਿਵੈਲਪ ਕੰਟਰੀਜ਼ ਦੀ, ਤਾਂ ਉਹ ਵਿਦ ਸਮ ਕੰਡੀਸ਼ਨਸ ਜਿਹੜੀਆਂ ਕਿ ਨਾਰਮਲੀ ਅਸੈਪਟੇਬਲ ਨਹੀਂ ਹੁੰਦੀਆਂ, ਉਹਨਾਂ ਦੇ ਅਕੋਰਡਿੰਗਲੀ ਕੰਡੀਸ਼ਨਸ ਇੰਪੋਜ਼ ਕਰਕੇ ਜਿਹੜਾ ਹੈ ਹੈਲਪ ਕੀਤੀ ਜਾਂਦੀ ਹੈ। ਜਿਵੇਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਮੰਨ ਲਓ ਇੰਡੀਆ ਨੂੰ USA ਨੇ ਲੋਨ ਦੇ ਦਿੱਤਾ ਇੰਡੀਆ ਦੀ ਜ਼ਰੂਰਤ 'ਤੇ, ਤਾਂ ਨਾਲ ਇੱਕ ਕੰਡੀਸ਼ਨ ਲਾਤੀ ਵੀ ਤੂੰ ਇਹ ਲੋਨ ਦੀ ਅਮਾਊਂਟ ਨੂੰ ਸਪੈਸੀਫਿਕਲੀ ਸਿਰਫ ਇਸੀ ਕੰਮ ਦੇ ਲਈ ਯੂਜ਼ ਕਰ ਸਕਦਾ। ਨਾਲ ਇਹ ਕੰਡੀਸ਼ਨ ਲਾਤੀ ਕਿ ਇਸ ਲੋਨ ਦਾ ਜਿਹੜਾ ਪੈਸਾ ਵਾਪਿਸ ਕਰੇਗਾ ਤੂੰ ਸਾਨੂੰ US ਡਾਲਰ ਹੀ ਕਰੇਗਾ। ਨਾਲ ਇਹ ਕੰਡੀਸ਼ਨ ਲਾ ਦਿੱਤੀ ਕਿ ਅਸੀਂ ਤੈਨੂੰ ਲੋਨ ਤਾਂ ਦੇਵਾਂਗੇ, ਬਟ ਆਉਣ ਵਾਲੇ ਟਾਈਮ 'ਚ ਤੂੰ ਟੈਕਸਟਾਈਲ ਸਿਰਫ ਸਾਡੇ ਤੋਂ ਹੀ ਪਰਚੇਜ਼ ਕਰੇਗਾ। ਸੋ ਇਹੋ ਜਿਹੀਆਂ ਕੰਡੀਸ਼ਨਸ ਲਗਾ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਕਾਰਨ ਜਿਹੜੀ ਪੈਰੀਫਰੀ ਦੀ ਹੈ ਉਹਦੀ ਜਿਹੜੀ ਡਿਪੈਂਡੈਂਸੀ ਹੈ ਉਹ ਸੈਂਟਰ ਦੇ ਉੱਤੇ ਵੱਧਦੀ ਰਹਿੰਦੀ ਹੈ। ਨੈਕਸਟ ਹੈ ਫੋਰਨ ਕੈਪੀਟਲ, ਜਿਸ ਨੂੰ ਆਪਾਂ ਫੋਰਨ ਡਾਇਰੈਕਟ ਇਨਵੈਸਟਮੈਂਟ ਦਾ ਨਾਮ ਵੀ ਲੈਂਦੇ ਹਾਂ। ਲੈਸ ਡਿਵੈਲਪ ਕੰਟਰੀਜ਼ 'ਚ ਇਹਨਾਂ ਦੀ ਕਮੀ ਹੁੰਦੀ ਹੈ, ਰਿਸਰਚ ਦੀ ਕਮੀ ਹੁੰਦੀ ਹੈ। ਆਪਾਂ ਆਲਰੇਡੀ ਇਹ ਸਾਇੰਸ ਚੈੱਕ ਕਰ ਚੁੱਕੇ ਹਾਂ, ਅਨਐਜੂਕੇਟਡਨੈਸ ਹੈ, ਰਿਸਰਚ ਕਮੀ ਹੈ। ਰਿਸਰਚ ਕਰਨ ਦੇ ਲਈ ਨੈਚੁਰਲ ਰਿਸੋਰਸਿਸ ਨੂੰ ਯੂਜ਼ ਕਰਨ ਦੇ ਲਈ ਵਿਜ਼ਨ ਚਾਹੀਦਾ ਹੈ, ਪੈਸਾ ਚਾਹੀਦਾ ਹੈ, ਪਰ ਪੈਸਾ ਜ਼ਿਆਦਾਤਰ ਅਨਪ੍ਰੋਡਕਟਿਵ ਪਰਪਸਿਸ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਜ਼ਿਆਦਾਤਰ ਸਾਡੇ ਦੇਸ਼ਾਂ ਦੇ ਵਿੱਚ ਜਿਹੜਾ ਹੈ ਪੈਸਾ ਗਵਰਨਮੈਂਟਸ ਵੱਲੋਂ ਵੀ ਉਹਨਾਂ ਕੰਮਾਂ ਦੇ ਲਈ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਜਿਹੜੇ ਕਿ ਪ੍ਰੋਡਕਟਿਵ ਨਹੀਂ ਹੁੰਦੇ। ਇਸ ਲਈ ਜਿਹੜੇ ਇਹਨਾਂ ਨੇ ਬਿਜ਼ਨਸ 'ਚ ਪੈਸੇ ਲਾਉਣੇ ਵੀ ਨੇ, ਉਹ ਫੋਰਨ ਕੈਪੀਟਲ ਦੇ ਥਰੂ ਬਾਹਰੋਂ ਦੀ ਜੇ ਮਸ਼ੀਨਰੀ ਵਗੈਰਾ ਮੰਗਵਾ ਵੀ ਰਹੇ ਨੇ, ਉਹ ਬਹੁਤ ਮਹਿੰਗੇ ਰੇਟਾਂ ਦੇ ਵਿੱਚ ਜਿਹੜਾ ਹੈ ਮਸ਼ੀਨਰੀ ਨੂੰ ਬਾਹਰੋਂ ਦੀ ਮੰਗਵਾਉਂਦੇ ਨੇ। ਸੋ ਦੈਟ ਮੀਨਸ ਕਿ ਇਹ ਕੰਪਲੀਟਲੀ ਉਹਨਾਂ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ ਆਪਣੇ ਟ੍ਰੇਡ ਨੂੰ, ਆਪਣੀ ਕੰਟਰੀ ਦੇ ਪ੍ਰੋਡਕਟਸ ਨੂੰ ਡਿਵੈਲਪ ਕਰਨ ਦੇ ਲਈ। ਅਗਲੀ ਹੈ ਟ੍ਰੇਡ ਐਂਡ ਅਨਇਕੁਅਲ ਐਕਸਚੇਂਜ। ਅਨਇਕੁਅਲ ਐਕਸਚੇਂਜ ਦਾ ਮਤਲਬ ਇਹ ਹੈ ਕਿ ਇੱਕ ਤਾਂ ਜਿਹੜੀ ਲੇਬਰ ਹੈ ਉਹ ਸੈਂਟਰ ਕੰਟਰੀਜ਼ ਦੇ ਵਿੱਚ ਵੇਜਿਸ ਉਹਨਾਂ ਦੇ ਜ਼ਿਆਦਾ ਹੁੰਦੇ ਨੇ, ਜਿਹੜੀਆਂ ਪੈਰੀਫਰੀ ਕੰਟਰੀਜ਼ ਨੇ ਇਹਨਾਂ ਦੇ ਵਿੱਚ ਵੇਜਿਸ ਘੱਟ ਹੁੰਦੇ ਨੇ, ਪ੍ਰੋਡਕਟਿਵਿਟੀ ਵੀ ਘੱਟ ਹੁੰਦੀ ਹੈ। ਬਾਹਰਲੀਆਂ ਕੰਟਰੀਜ਼ ਦੇ ਵਿੱਚ ਪ੍ਰੋਡਕਟਿਵਿਟੀ ਵੀ ਵੱਧ ਹੁੰਦੀ ਹੈ, ਵੇਜਿਸ ਵੀ ਵੱਧ ਹੁੰਦੀ ਹੈ। ਅਤੇ ਨਾਲ ਇੱਕ ਗੱਲ ਇਹ ਵੀ ਹੁੰਦੀ ਹੈ ਕਿ ਜਿਹੜੇ ਜ਼ਿਆਦਾਤਰ ਲੈਸ ਡਿਵੈਲਪ ਕੰਟਰੀਜ਼ ਨੇ ਉਹ ਐਗਰੀਕਲਚਰ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਦੇ ਨੇ, ਡਿਵੈਲਪ ਕੰਟਰੀਜ਼ ਜਿਹੜੀਆਂ ਨੇ ਉਹ ਇੰਡਸਟਰੀਜ਼ ਜਾਂ ਸਰਵਿਸ ਸੈਕਟਰ ਦੇ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਦੀਆਂ ਨੇ। ਸੋ ਜ਼ਿਆਦਾ ਸਰਪਲਸ ਜਨਰੇਟ ਹੋਣ ਦੇ ਚਾਂਸਿਸ ਜਿਹੜੇ ਨੇ ਉਹ
ਸੈਂਟਰ ਵੱਲੋਂ ਨੇ। ਸੈਂਟਰ ਦਾ ਇੱਕ ਹੋਰ ਇੱਕ ਵੱਡਾ ਜਿਹੜਾ ਐਟ ਪ੍ਰੈਜ਼ੈਂਟ ਕਰੰਟ ਟਾਈਮ ਦੇ ਵਿੱਚ ਜਿਹੜਾ ਸਟਾਈਲ ਚੱਲ ਰਿਹਾ ਹੈ, ਪਹਿਲੇ ਹੁੰਦਾ ਸੀਗਾ ਕਿ ਜਿਵੇਂ ਈਸਟ ਇੰਡੀਆ ਕੰਪਨੀ ਆਉਂਦੀ ਸੀ ਹੈ ਨਾ, ਜਾਂ ਐਵੇਂ ਦੀਆਂ ਕੰਪਨੀਜ਼ ਆਉਂਦੀਆਂ ਸੀ। ਹੁਣ ਇਹਨਾਂ ਕੰਪਨੀਜ਼ ਦੀ ਜਗ੍ਹਾ ਦੇ ਉੱਤੇ ਨਾਮ ਬਦਲ ਗਿਆ। ਨਾਮ ਕੀ ਬਦਲ ਗਿਆ? ਮਲਟੀ ਨੈਸ਼ਨਲ ਕਾਰਪੋਰੇਸ਼ਨਸ, MNCs ਬਣ ਗਈਆਂ। MNCs ਮਤਲਬ ਕਿ ਹੁਣ ਤੁਸੀਂ ਆਪਣੇ ਕੰਟਰੀ ਦੇ ਵਿੱਚੋਂ ਦੀ ਕੁਝ ਕੁ ਜੁਆਇੰਟ ਸਟਾਕ ਕੰਪਨੀਜ਼ ਨੂੰ ਟਰਾਂਸਨੈਸ਼ਨਲ ਕੰਪਨੀਜ਼, ਜਿਨ੍ਹਾਂ ਨੂੰ ਆਪਾਂ MNCs ਕਹਿੰਦੇ ਹਾਂ, ਤੁਸੀਂ ਦੂਜੇ ਦੇਸ਼ਾਂ ਦੇ ਵਿੱਚ ਭੇਜੋਗੇ। ਉਹਨਾਂ ਦੀ ਹੌਲੀ ਹੌਲੀ ਇਹੋ ਜਿਹੀ ਕੰਡੀਸ਼ਨ ਆਉਂਦੀ ਹੈ, ਪਹਿਲੇ ਜਿਵੇਂ ਕਿ ਪਹਿਲੇ ਇਹ ਸਟਾਰਟ ਹੁੰਦਾ ਕੁਝ ਕੁ ਪ੍ਰੋਡਕਟਸ ਤੋਂ, ਬਾਅਦ ਚੋਂ ਇਹ ਜਿਵੇਂ ਕਿ ਤੁਸੀਂ ਦੇਖਦੇ ਹੋ ਡੋਮੀਨੋਜ਼ ਆ ਗਿਆ, ਬਾਹਰ ਦੇ ਕੇਕਸ ਆ ਗਏ ਹੈ ਨਾ, ਬਾਹਰ ਦੀਆਂ ਕਿੰਨੀਆਂ ਫਰੈਂਚਾਈਜ਼ਿਸ ਖਾਣ ਪੀਣ ਦੀਆਂ ਆ ਜਾਂਦੀਆਂ, ਕਲੋਥਿੰਗ ਦੀਆਂ ਆ ਜਾਂਦੀਆਂ। ਹਰ ਤਰ੍ਹਾਂ ਦੇ ਵਿੱਚ ਤੁਸੀਂ ਡੋਮੈਸਟਿਕ ਮਾਰਕੀਟ ਨੂੰ ਦੂਜੀ ਕੰਟਰੀ ਦੀ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਿਹਦੇ ਕਾਰਨ ਜਿਹੜੇ ਲੋਕਲ ਪ੍ਰੋਡਿਊਸਰਸ ਨੇ ਉਹਨਾਂ ਦਾ ਫਾਇਦਾ ਘੱਟ ਜਾਂਦਾ ਹੈ। ਹੁਣ ਜੇਕਰ ਤੁਸੀਂ ਦੇਖਦੇ ਹੋ ਕਿ ਮੈਕਡੀ ਦੇ ਬ੍ਰਾਂਡ ਦਾ ਮੈਕ ਆਲੂ ਟਿੱਕੀ 버ਗਰ 35 ਰੁਪੀਜ਼ ਦਾ ਮਿਲ ਰਿਹਾ ਹੈ, ਤੇ ਬਾਹਰ ਕੁਲਚੇ ਵਾਲੇ ਦੀ ਰੇੜੀ ਦੇ ਵਿੱਚੋਂ 20 ਰੁਪਏ ਦਾ ਕੁਲਚਾ ਮਿਲ ਰਿਹਾ, ਤਾਂ ਓਬਵੀਅਸਲੀ ਪੀਪਲ ਵਿਲ ਪ੍ਰੈਫਰ ਟੂ ਗੋ ਐਂਡ ਟੂ ਸਿਟ ਇਨਸਾਈਡ ਦਾ ਮੈਕਡੋਨਲਡਸ ਤੇ ਉੱਥੇ ਖਾਣਾ ਪਸੰਦ ਕਰਨਗੇ। ਸੋ ਇਸ ਦੇ ਨਾਲ ਜਿਹੜਾ ਲੋਕਲ ਜਿਹੜਾ ਬੰਦਾ ਹੈ ਲੈਸ ਡਿਵੈਲਪ ਕੰਟਰੀਜ਼ ਦੇ ਵਿੱਚ ਉਸ ਨੂੰ ਇੰਨਾ ਫਾਇਦਾ ਨਹੀਂ ਹੁੰਦਾ, ਉਹਨਾਂ ਨੂੰ ਨੁਕਸਾਨ ਹੁੰਦਾ ਤੇ ਇੱਕ ਇਨਇਕੁਐਲਿਟੀ ਵਧਦੀ ਹੈ। ਤੇ ਹੌਲੀ ਹੌਲੀ ਇਹ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਨੇ ਇਹਨਾਂ ਦੇ ਉੱਤੇ ਇਹ ਸਰਕਾਰ ਨੂੰ ਵੀ ਡੋਮੀਨੇਟ ਕਰਨ ਲੱਗ ਜਾਂਦੀਆਂ ਨੇ। ਸਰਕਾਰ ਨੂੰ ਆਪਣੀਆਂ ਵੋਟਸ ਲੈਣ ਦੇ ਲਈ ਇਹਨਾਂ ਦੀ ਹੈਲਪ ਦੀ ਜ਼ਰੂਰਤ ਪੈਣੀ ਸ਼ੁਰੂ ਹੋ ਜਾਂਦੀ ਹੈ, ਲੈਣ ਲੱਗ ਜਾਂਦੇ ਨੇ, ਤੇ ਇੱਕ ਟਾਈਮ ਇਹੋ ਜਿਹਾ ਆ ਜਾਂਦਾ ਹੈ ਕਿ ਇਹ ਕੰਟਰੀਜ਼ ਜਿਹੜੀਆਂ ਨੇ ਸਾਡੇ ਪੋਲੀਟੀਕਲ ਸਿਸਟਮ ਨੂੰ ਵੀ ਡੋਮੀਨੇਟ ਕਰ ਲੈਂਦੀਆਂ ਨੇ। ਥੈਂਕ ਯੂ।